Hello everyone, welcome to Victor's Knowledge. This is Chinu Sharma, and today we are going to take up another important lecture from our series of Modern India History. ਤੇ ਅੱਜ ਦੇ ਇਸ ਲੈਕਚਰ ਦੇ ਅੰਦਰ ਆਪਾਂ ਗੱਲ ਕਰਾਂਗੇ ਐਡਵੈਂਟ ਆਫ ਦ ਬ੍ਰਿਟਿਸ਼ ਰੂਲ। ਸੋ ਬੇਸਿਕਲੀ ਇਹਦੇ ਵਿੱਚ ਆਪਾਂ ਅੱਜ ਸਾਰੀਆਂ ਇੰਪੋਰਟੈਂਟ ਰਿਵੋਲਟਸ ਕਵਰ ਕਰਾਂਗੇ, ਕੁਝ ਮਰਾਠਾਸ ਨਾਲ ਰਿਲੇਟਡ ਨੇ, ਦੈਨ ਅਫਗਾਨਸ ਨਾਲ, ਐਂਗਲੋ ਸਿੱਖ ਵਾਰਸ ਨੇ। ਸੋ ਬੇਸਿਕਲੀ ਬੈਟਲ ਆਫ ਪਲਾਸੀ, ਬਕਸਰ, ਇਹਦੇ ਤੋਂ ਸਟਾਰਟ ਹੋ ਕੇ ਕਿਵੇਂ ਐਂਡ ਤੱਕ ਬ੍ਰਿਟਿਸ਼ਰਸ ਨੇ ਆਲਮੋਸਟ 2 ਸੈਂਚਰੀਜ਼ ਦੇ ਟਾਈਮ ਪੀਰੀਅਡ ਦੇ ਵਿੱਚ ਆਪਣਾ ਪੂਰੇ ਇੰਡੀਆ ਦੇ ਉੱਤੇ ਰਿਵੋਲਟਸ ਚੋਂ ਜਿੱਤ ਕੇ ਸਾਰੇ ਜਿੰਨੀਆਂ ਵੀ ਸਟਰੋਂਗ ਕਨਫੈਡਰੇਸੀ ਰੂਲਰ ਸੀ ਉਹਨਾਂ ਨੂੰ ਹਰਾ ਕੇ ਕਿਵੇਂ ਹੌਲੀ-ਹੌਲੀ ਪੂਰੇ ਦੇਸ਼ ਉੱਤੇ ਜਿਹੜਾ ਆਪਣਾ ਰੂਲ ਹੈ ਉਹਨੂੰ ਇਸਟੈਬਲਿਸ਼ ਕੀਤਾ। ਸੋ ਦ ਟੌਪਿਕ ਇਜ਼ ਐਡਵੈਂਟ ਆਫ ਦ ਬ੍ਰਿਟਿਸ਼ ਰੂਲ। ਸੋ ਵਿਲ ਸਟਾਰਟ ਵਿਦ ਬ੍ਰਿਟਿਸ਼ ਆਕੂਪੇਸ਼ਨ ਆਫ ਬੰਗਾਲ ਤੇ ਇਹਦੇ ਵਿੱਚ ਆਪਾਂ ਸਟਾਰਟ ਕਰਾਂਗੇ ਵੀ ਬੰਗਾਲ ਉੱਤੇ ਕੰਟਰੋਲ ਦੇ ਲਈ ਕਿਹੜੀਆਂ ਇੰਪੋਰਟੈਂਟ ਲੜਾਈਆਂ ਲੜੀਆਂ ਬ੍ਰਿਟਿਸ਼ਰਸ ਨੇ, ਕਿੰਨਾ ਦੇ ਅਗੇਂਸਟ, ਸੋ ਕਿਵੇਂ ਕਿਵੇਂ ਉਹਨਾਂ ਨੇ ਜਿੱਤ ਹਾਸਿਲ ਕੀਤੀ। ਤੇ ਜਿਹੜੇ ਵੀ ਐਗਜ਼ਾਮ ਪੀਪੀਐਸਸੀ ਕੰਡਕਟ ਕਰਵਾਉਂਦੀ ਹੈ ਐਂਡ ਸਪੈਸ਼ਲੀ ਦ ਸਟੂਡੈਂਟਸ ਹੂ ਆਰ ਪ੍ਰੀਪੇਅਰਿੰਗ ਫॉर ਨਾਇਬ ਤਹਿਸੀਲਦਾਰ ਐਗਜ਼ਾਮ, ਉਹਨਾਂ ਲਈ ਇਹ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਕਾਫੀ ਵਾਰੀ ਪੀਪੀਐਸਸੀ ਦੇ ਦੁਆਰਾ ਜਿਹੜੇ ਵੀ ਐਗਜ਼ਾਮ ਕੰਡਕਟ ਕੀਤੇ ਜਾਂਦੇ ਨੇ ਡਾਇਰੈਕਟਲੀ ਇਹਨਾਂ ਰਿਵੋਲਟਸ ਦੇ ਵਿੱਚੋਂ ਕੁਐਸਚਨ ਰਿਪੀਟ ਹੁੰਦੇ ਨੇ। ਸੋ ਸਟਾਰਟਿੰਗ ਵਿਦ ਬੈਟਲ ਆਫ ਪਲਾਸੀਸ 1757, ਸਭ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਕਿ ਇਹਦੇ ਵਿੱਚ ਕਿਹੜੀਆਂ ਪਾਰਟੀਜ਼ ਇਨਵੋਲਵਡ ਸੀ। ਸੋ ਫੌਟ ਬਿਟਵੀਨ ਸਿਰਾਜ ਉਦ-ਦੌਲਾ, ਇਹ ਕੌਣ ਸੀ? ਬੰਗਾਲ ਦੇ ਨਵਾਬ ਐਂਡ ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਸੋ ਸਿਰਾਜ ਦੀ ਸਾਈਡ ਤੇ ਪੀਪਲ ਇਨਵੋਲਵਡ, ਸਿਰਾਜ ਉਦ-ਦੌਲਾ, then British Colonel Robert Clive, Mir Zafar, Mohan Lal, small French forces। ਸੋ ਇਹ ਸੀ ਕੁਝ important people ਇਸ ਲੜਾਈ ਦੇ ਅੰਦਰ involved। then ਮੀਰ ਜ਼ਫਰ ਕੌਣ ਸੀ? ਇਹ ਸਿਰਾਜ ਉਦ-ਦੌਲਾ ਜਿਹੜੇ ਨਵਾਬ ਤੇ ਬੰਗਾਲ ਸੀ ਉਹਨਾਂ ਦੀ ਆਰਮੀ ਦੇ ਕਮਾਂਡਰ ਇਨ ਚੀਫ ਸੀ, ਪਰ ਇਹਨਾਂ ਨੂੰ ਬ੍ਰਿਟਿਸ਼ਰਸ ਨੇ ਰਿਸ਼ਵਤ ਦਿੱਤੀ, ਰੌਬਰਟ ਕਲਾਈਵ ਨੇ ਰਿਸ਼ਵਤ ਦਿੱਤੀ ਤੇ ਪ੍ਰੋਮਿਸ ਕੀਤਾ ਕਿ ਜੇ ਬ੍ਰਿਟਿਸ਼ ਦੀ ਜਿੱਤ ਹੋਈ ਇਸ ਲੜਾਈ ਦੇ ਵਿੱਚ ਤਾਂ ਉਹ ਅਗਲਾ ਨਵਾਬ ਬੰਗਾਲ ਦਾ ਮੀਰ ਜ਼ਫਰ ਨੂੰ ਬਣਾਉਣਗੇ। ਸੋ ਮੀਰ ਜ਼ਫਰ ਨੂੰ ਬ੍ਰਿਟਿਸ਼ਰਸ ਨੇ ਆਪਣੀ ਸਾਈਡ ਤੇ ਕਰ ਲਿਆ ਤੇ ਜਿਹੜਾ ਨਵਾਬ ਸੀ ਬੰਗਾਲ ਦਾ ਸਿਰਾਜ, ਉਹਦੀ ਸਾਈਡ ਤੇ ਸੀ ਫ੍ਰੈਂਚ। ਸੋ ਤੁਸੀਂ ਹੁਣ ਪਾਰਟੀਜ਼ ਆਪਣੇ ਦਿਮਾਗ ਦੇ ਵਿੱਚ ਪਹਿਲਾਂ ਤਾਂ ਬਿਠਾ ਲਓ, ਇੱਕ ਸਾਈਡ ਤੇ ਸਿਰਾਜ ਪਲੱਸ ਫ੍ਰੈਂਚ, ਦੂਜੀ ਸਾਈਡ ਤੇ ਮੀਰ ਜ਼ਫਰ ਤੇ ਨਾਲ ਰੌਬਰਟ ਕਲਾਈਵ ਬ੍ਰਿਟਿਸ਼। ਸੋ ਇਹ ਲੜਾਈ ਹੋਈ 23 ਜੂਨ 1757 ਨੂੰ। ਕਿੱਥੇ ਹੋਈ? ਪਲਾਸੀ, ਜਿਹੜੀ ਕਿ ਕਲਕੱਤਾ ਦੀ ਨਾਰਥ ਸਾਈਡ ਦੇ 150 ਕਿਲੋਮੀਟਰ ਦੂਰੀ ਤੇ ਸੀ। ਤੇ ਇਸ ਲੜਾਈ ਦਾ ਰਿਜ਼ਲਟ ਕੀ ਰਿਹਾ? ਸੋ ਇਹਦੇ ਵਿੱਚ ਬ੍ਰਿਟਿਸ਼ਰਸ ਦੀ ਬਹੁਤ ਹੀ ਸਟਰੋਂਗਲੀ ਜਿੱਤ ਹੋਈ ਤੇ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਮੀਰ ਜ਼ਫਰ ਨੂੰ ਕਿ ਉਹ ਬੰਗਾਲ ਦਾ ਨਵਾਬ ਬਣਾਉਣਗੇ, ਸੋ ਉਹਨਾਂ ਨੇ ਆਪਣਾ ਪ੍ਰੋਮਿਸ ਪੂਰਾ ਕੀਤਾ ਇਸ ਜਿੱਤ ਤੋਂ ਬਾਅਦ। ਸੋ ਮੀਰ ਜ਼ਫਰ ਨੂੰ ਬੰਗਾਲ ਦਾ ਨਵਾਬ ਬਣਾਇਆ ਗਿਆ। ਸੋ ਨੈਕਸਟ ਇਜ਼ ਬੈਟਲ ਆਫ ਬਕਸਰ 1764। ਹੁਣ ਬ੍ਰਿਟਿਸ਼ਰਸ ਨੇ ਚਿੰਸੂਰਾ ਦੇ ਵਿੱਚ ਜਿਹੜੀ ਇੱਕ ਲੜਾਈ ਹੋਈ ਸੀ ਉਸ ਤੋਂ ਬਾਅਦ ਡੱਚ ਨੂੰ ਉਹਨਾਂ ਨੇ ਖਤਮ ਕਰਤਾ ਸੀ ਤੇ ਬ੍ਰਿਟਿਸ਼ਰਸ ਨੇ ਮੀਰ ਜ਼ਫਰ ਸੀ ਜਿਹੜਾ ਉਹਨੂੰ ਰਿਪਲੇਸ ਕਰਕੇ ਮੀਰ ਕਾਸਿਮ ਨੂੰ ਬੰਗਾਲ ਦਾ ਨਵਾਬ ਬਣਾਤਾ ਸੀ। ਪਰ ਮੀਰ ਕਾਸਿਮ ਸੀ ਇਹਦੇ ਬ੍ਰਿਟਿਸ਼ ਦੇ ਨਾਲ ਰਿਲੇਸ਼ਨ ਜ਼ਿਆਦਾ ਵਧੀਆ ਨਹੀਂ ਸੀ, ਇਹ ਅਲੱਗ ਤੋਂ ਇੰਡੀਪੈਂਡੈਂਟ ਹੋਣਾ ਚਾਹੁੰਦਾ ਸੀ, ਬ੍ਰਿਟਿਸ਼ ਦੇ ਨਾਲ ਜਿਹੜਾ ਆਪਣਾ ਕੰਟਰੋਲ ਸੀ, ਟਾਈ ਅਪ ਸੀ, ਉਹਨੂੰ ਖਤਮ ਕਰਨਾ ਚਾਹੁੰਦਾ ਸੀ। ਸੋ ਮੀਰ ਕਾਸਿਮ ਨੇ ਜਿਹੜੀ ਕੈਪੀਟਲ ਸੀ ਉਹਨੂੰ ਵੀ ਕਲਕੱਤੇ ਤੋਂ ਹਟਾ ਕੇ ਸ਼ਿਫਟ ਕਰਤੀ ਸੀ ਮੁੰਗੇਰ ਫੋਰਟ। ਦੈਨ ਜਿਹੜੇ ਇੰਗਲਿਸ਼ ਸੀ, ਬ੍ਰਿਟਿਸ਼ਰ ਸੀ, ਉਹਨਾਂ ਦੇ ਦੁਆਰਾ ਜਿਹੜੇ ਵੀ ਟ੍ਰੇਡ ਨੂੰ ਲੈ ਕੇ ਕੋਈ ਇੰਪੋਰਟੈਂਟ ਅਗਰੀਮੈਂਟ ਸੀ, ਫਰਮਾਨ ਸੀ, ਦਸਤਕ ਸੀ, ਉਹਨਾਂ ਦਾ ਬਹੁਤ ਹੀ ਗਲਤ ਇਸਤੇਮਾਲ ਹੋ ਰਿਹਾ ਸੀ। ਸੋ ਮੀਰ ਕਾਸਿਮ ਤੇ ਕੰਪਨੀ ਦੇ ਵਿਚਾਲੇ 1763 ਵਿੱਚ ਇੱਕ ਵਾਰ ਛਿੜ ਤੇ ਮੀਰ ਕਾਸਿਮ ਆਊਟ ਚਲੇ ਗਏ। ਉੱਥੇ ਉਹਨਾਂ ਨੇ ਸ਼ੁਜਾ ਉਦ ਦੌਲਾ ਜਿਹੜੇ ਆਊਟ ਦੇ ਨਵਾਬ ਸੀ ਉਹਨਾਂ ਦੇ ਨਾਲ ਮਿਲ ਕੇ ਇੱਕ ਕਨਫੈਡਰੇਸੀ ਤਿਆਰ ਕੀਤੀ, ਬ੍ਰਿਟਿਸ਼ਰਸ ਦੇ ਅਗੇਂਸਟ ਲੜਾਈ ਲੜਨ ਦੇ ਲਈ ਇੱਕ ਪਾਰਟੀ ਤਿਆਰ ਕੀਤੀ ਤੇ ਨਾਲ ਇਹਨਾਂ ਦੇ ਨਾਲ ਇੱਕ ਹੋਰ ਇੰਪੋਰਟੈਂਟ ਪਰਸਨ ਸੀ ਮੁਗਲ ਐਮਪਰਰ ਸ਼ਾਹ ਆਲਮ II। ਸੋ ਇਹਨਾਂ ਨੇ ਬੰਗਾਲ ਤੋਂ ਸੋਚਿਆ ਕਿ ਆਪਾਂ ਇੰਗਲਿਸ਼ ਨੂੰ ਬਿਲਕੁਲ ਖਤਮ ਕਰਨਾ, ਓਵਰਥਰੋ ਕਰਨਾ। So Mir Qasim soldier met the English army troop directed by Major Munro। So English side ਤੇ ਕੌਣ ਮੇਨ ਹੈਡ ਕਰ ਰਿਹਾ ਸੀ ਆਰਮੀ ਨੂੰ? ਮੇਜਰ ਮੁਨਰੋ 1764 ਦੇ ਵਿੱਚ।
ਸੋ ਮੀਰ ਕਾਸਿਮ ਦੀ ਜਿਹੜੀ ਆਰਮੀ ਸੀ ਉਹਨੂੰ ਬ੍ਰਿਟਿਸ਼ਰਸ ਨੇ ਹਰਾਤਾ। ਮੀਰ ਕਾਸਿਮ ਚਲੇ ਗਏ ਬੈਟਲ ਤੋਂ ਬਾਅਦ ਤੇ ਬਾਕੀ ਜਿਹੜੇ ਨਾਲ ਦੇ ਦੋ ਸੀ ਉਹਨਾਂ ਨੇ ਇੰਗਲਿਸ਼ ਆਰਮੀ ਨੂੰ ਸਰੈਂਡਰ ਕਰਤਾ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਉਰੇ ਪਾਰਟੀਜ਼ ਰਿਵਾਈਜ਼ ਕਰ ਲਓ ਵੀ ਕੌਣ-ਕੌਣ ਸੀ। ਸੋ ਦ ਪਾਰਟੀਜ਼ ਵਰ ਮੀਰ ਕਾਸਿਮ, ਸ਼ੁਜਾ ਉਦ-ਦੌਲਾ, ਸ਼ਾਹ ਆਲਮ II ਤੇ ਦੂਜੀ ਸਾਈਡ ਤੇ ਇਹਨਾਂ ਦੇ ਅਗੇਂਸਟ ਕੌਣ ਸੀ? ਇੰਗਲਿਸ਼, ਜਿਨ੍ਹਾਂ ਦੀ ਆਰਮੀ ਨੂੰ ਹੈਡ ਕਰ ਰਹੇ ਸੀ ਮੇਜਰ ਮੁਨਰੋ। ਸੋ ਉਰੇ ਵੀ ਜਿੱਤ ਹੋਈ ਬ੍ਰਿਟਿਸ਼ਰਸ ਦੀ ਤੇ ਜਿਹੜੀ ਇਹ ਲੜਾਈ ਸੀ ਇਹਦਾ ਐਂਡ ਹੋਇਆ ਇੱਕ ਪੀਸਫੁਲ ਅਗਰੀਮੈਂਟ ਦੇ ਨਾਲ ਜਿਹਦਾ ਨਾਮ ਸੀ ਟ੍ਰੀਟੀ ਆਫ ਅਲਾਹਾਬਾਦ 1765। ਨੈਕਸਟ ਇਜ਼ ਡੂਅਲ ਸਿਸਟਮ ਆਫ ਐਡਮਿਨਿਸਟ੍ਰੇਸ਼ਨ ਆਫ ਬੰਗਾਲ। ਜਿਹੜੀ ਹੁਣ ਬੰਗਾਲ ਦੀ ਅਸਲੀ ਮਾਸਟਰ ਸੀ ਉਹ ਈਸਟ ਇੰਡੀਆ ਕੰਪਨੀ ਸੀ। ਐਟਲੀਸਟ 1764 ਬੈਟਲ ਆਫ ਬਕਸਰ ਤੋਂ ਬਾਅਦ ਤਾਂ ਮੇਨ ਸਾਰਾ ਜਿਹੜਾ ਕੰਮ ਸੀ ਰੈਵਨਿਊ ਦਾ ਸਪੈਸ਼ਲੀ ਪੈਸੇ ਨਾਲ ਰਿਲੇਟਡ ਉਹ ਸਾਰਾ ਈਸਟ ਇੰਡੀਆ ਕੰਪਨੀ ਦੇ ਹੱਥ ਵਿੱਚ ਸੀ। ਜਿਹੜਾ ਨਵਾਬ ਸੀ ਉਹ ਹਰ ਤਰ੍ਹਾਂ ਦੇ ਨਾਲ ਇੰਟਰਨਲ ਐਕਸਟਰਨਲ ਸਿਕਿਉਰਿਟੀ ਦੇ ਲਈ ਕਿਹਦੇ ਉੱਤੇ ਡਿਪੈਂਡੈਂਟ ਸੀ? ਬ੍ਰਿਟਿਸ਼ ਉੱਤੇ। So as the Diwan, company directly collected its revenue, while through right to nominate the deputy Subedar, it controlled the Nizamat, police and judicial power. So dual system of administration ਦਾ ਮਤਲਬ ਹੈ ਕਿ ਦੋ ਤਰ੍ਹਾਂ ਦੇ ਨਾਲ ਇੱਕ ਤਾਂ ਦੋ authorities ਨਵਾਬ ਵੀ ਸੀ ਈਸਟ ਇੰਡੀਆ ਕੰਪਨੀ ਵੀ ਸੀ ਪਰ ਜਿਹੜੀ ਈਸਟ ਇੰਡੀਆ ਕੰਪਨੀ ਸੀ ਇਹ ਦੋ ਤਰੀਕੇ ਦੇ ਨਾਲ ਬੰਗਾਲ ਦੀ ਐਡਮਿਨਿਸਟ੍ਰੇਸ਼ਨ ਨੂੰ ਚਲਾ ਰਹੀ ਸੀ। ਇੱਕ ਤਾਂ ਡਾਇਰੈਕਟਲੀ ਜੋ ਵੀ ਰੈਵਨਿਊ ਪ੍ਰੋਫਿਟ ਆਉਂਦੇ ਸੀ ਉਹਨੂੰ ਕਲੈਕਟ ਕਰਦੀ ਸੀ ਦੀਵਾਨ ਦੇ ਤੌਰ ਤੇ। ਸੈਕੰਡਲੀ ਜਿਹੜੀਆਂ ਵੀ ਪੁਲਿਸ ਜਾਂ ਜੁਡੀਸ਼ੀਅਲ ਅਥਾਰਟੀ ਸੀਗੀਆਂ ਉਹ ਪੋਜੀਸ਼ਨ ਸੀ ਉਹਨਾਂ ਦੇ ਲਈ ਵੀ ਜਿਹੜੇ ਵੀ ਇੰਪੋਰਟੈਂਟ ਆਫੀਸਰ ਸੀ ਉਹਨਾਂ ਨੂੰ ਵੀ ਨੋਮੀਨੇਟ ਕਰਨ ਦਾ ਰਾਈਟ ਸੀਗਾ ਕੰਪਨੀ ਦੇ ਕੋਲ। Same person acted in Bengal as deputy diwan on behalf of company and deputy subedar on behalf of Nawab. It held a great advantage for the British. They had power without responsibility. So British ਦਾ ਕੀ ਮਤਲਬ ਸੀ ਉਰੇ? ਉਹ ਮੇਨ ਜਿਹੜਾ ਕੋਈ ਗਲਤੀ ਹੋ ਜਾਂਦੀ ਸੀ ਕੋਈ ਐਡਮਿਨਿਸਟ੍ਰੇਸ਼ਨ ਦੇ ਸਹੀ ਨਹੀਂ ਸੀ ਚੱਲਦੀ ਤਾਂ ਉਹਦੇ ਲਈ ਜ਼ਿੰਮੇਵਾਰ ਠਹਿਰਾਉਂਦੇ ਸੀ ਉੱਥੋਂ ਦੀ ਜਿਹੜੀ ਇੱਕ ਕਾਗਜ਼ਾਂ ਦੇ ਵਿੱਚ ਸਰਕਾਰ ਸੀ ਨਵਾਬ ਦੀ ਸਰਕਾਰ ਪਰ ਇਨਡਾਇਰੈਕਟਲੀ ਅੰਦਰੋਂ ਅੰਦਰੀ ਜਿਹੜਾ ਕੰਟਰੋਲ ਸੀ ਉਹ ਸਾਰਾ ਦਾ ਸਾਰਾ ਬ੍ਰਿਟਿਸ਼ ਦਾ ਸੀ। Nawab and his officials had the responsibility of administration. ਸਿਰਫ ਐਡਮਿਨਿਸਟ੍ਰੇਸ਼ਨ ਦੀ ਉੱਪਰੋਂ ਰਿਸਪੌਂਸਿਬਿਲਿਟੀ ਸੀ ਕੋਈ ਵੀ ਡਾਇਰੈਕਟਲੀ ਪਾਵਰ ਨਹੀਂ ਸੀ। ਸੋ ਪਾਵਰ ਕਿਸੇ ਨੂੰ ਅਪਾਇੰਟ ਕਰਨ ਦੀ ਜਾਂ ਕੋਈ ਰੈਵਨਿਊ ਕਲੈਕਸ਼ਨ ਦੀ ਸੀਗੀ ਮੇਨ ਈਸਟ ਇੰਡੀਆ ਕੰਪਨੀ ਦੇ ਕੋਲ। ਸੋ ਇਸ ਤਰ੍ਹਾਂ ਦੇ ਨਾਲ ਦੋ ਤਰ੍ਹਾਂ ਦੇ ਨਾਲ ਐਡਮਿਨਿਸਟ੍ਰੇਸ਼ਨ ਚੱਲ ਰਹੀ ਸੀ। ਇੱਕ ਤਾਂ ਸਿਰਫ ਨਕਲੀ ਐਡਮਿਨਿਸਟ੍ਰੇਸ਼ਨ ਜਿਹੜੀ ਉੱਪਰੋਂ ਦਿਖਾਵੇ ਦੀ ਨਵਾਬ ਦੀ ਇੱਕ ਅੰਦਰੋਂ ਅੰਦਰੀ ਅਸਲੀ ਚੱਲ ਰਹੀ ਸੀ ਈਸਟ ਇੰਡੀਆ ਕੰਪਨੀ ਦੀ। ਸੋ ਨੈਕਸਟ ਹੁਣ ਆਪਾਂ ਦੇਖਾਂਗੇ ਵਾਰਨ ਹੈਸਟਿੰਗ ਦੇ ਟਾਈਮ ਦੇ ਅੰਦਰ ਕਿਹੜੀਆਂ ਇੰਪੋਰਟੈਂਟ ਲੜਾਈਆਂ ਹੋਈਆਂ। ਸੋ ਪਹਿਲੀ ਸੀ ਮੈਸੂਰ ਦੀ ਲੜਾਈ। ਇਹਦੇ ਵਿੱਚ ਕੀ ਸੀ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਹੈਦਰਾਬਾਦ ਦੇ ਨਿਜ਼ਾਮ ਦੀ ਮਦਦ ਲਈ ਕਿਹਦੇ ਅਗੇਂਸਟ? ਹੈਦਰ ਅਲੀ ਦੇ ਅਗੇਂਸਟ। ਸੋ ਮੈਸੂਰ ਦੇ ਵਿੱਚ ਹੈਦਰ ਅਲੀ ਸੀ ਉਹਦੇ ਅਗੇਂਸਟ ਬ੍ਰਿਟਿਸ਼ਰਸ ਤੇ ਹੈਦਰਾਬਾਦ ਦਾ ਨਿਜ਼ਾਮ ਸੀ। ਉਰੇ ਕਿਹਦੀ ਜਿੱਤ ਹੋਈ? ਹੈਦਰ ਅਲੀ ਨੇ ਅਟੈਕ ਕੀਤਾ ਬ੍ਰਿਟਿਸ਼ਰਸ ਨੂੰ ਇਹਨਾਂ ਨੂੰ ਹਰਾਇਆ। ਸੋ ਮੈਸੂਰ ਦੀ ਪਹਿਲੀ ਲੜਾਈ ਵਿੱਚ ਹੈਦਰ ਅਲੀ ਦੀ ਜਿੱਤ ਹੋਈ ਤੇ ਜਿਹੜੀ ਟ੍ਰੀਟੀ ਅਗਰੀਮੈਂਟ ਸਾਈਨ ਕੀਤਾ ਗਿਆ ਉਹਦਾ ਨਾਮ ਸੀ ਟ੍ਰੀਟੀ ਆਫ ਮਦਰਾਸ 1769। ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਹੀ ਜਿਹੜੇ ਅੰਗਰੇਜ਼ ਸੀ ਉਹਨਾਂ ਦੀ ਮਰਾਠਾ ਦੇ ਨਾਲ ਲੜਾਈ ਹੋ ਗਈ। ਕਲੈਸ਼ ਆ ਗਿਆ 1775 ਵਿੱਚ। ਮਰਾਠਾਸ ਦੀ ਆਲਰੇਡੀ ਇੱਕ ਆਪਸ ਦੇ ਵਿੱਚ ਹੀ ਸਪੋਰਟਰਸ ਦੀ ਲੜਾਈ ਚੱਲ ਰਹੀ ਸੀ ਜਿਹਦੇ ਵਿੱਚ ਪੇਸ਼ਵਾ ਮਾਧੋਰਾਓ II ਨੂੰ ਲੈਡ ਕਰ ਰਹੇ ਸੀ ਨਾਨਾ ਫੜਨਵੀਸ ਰਘੁਨਾਥ ਰਾਓ। ਸੋ ਅੰਗਰੇਜ਼ਾਂ ਨੇ ਇਸ ਮੌਕੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਸਾਈਡ ਨਹੀਂ ਜਿੱਤੀ ਤੇ ਜਿਹੜੀ ਵਾਰ ਸੀ ਲੜਾਈ ਸੀ ਉਹ ਉੱਥੇ ਹੀ ਠੰਡੀ ਪੈ ਗਈ ਤੇ ਉਰੇ ਜਿਹੜੀ ਅਗਰੀਮੈਂਟ ਸਾਈਨ ਹੋਇਆ ਸੀ ਟ੍ਰੀਟੀ ਸਾਈਨ ਹੋਈ ਸੀ ਉਹਦਾ ਨਾਮ ਸੀ ਟ੍ਰੀਟੀ ਆਫ ਸਾਲਬਾਏ ਵੈਰੀ ਇੰਪੋਰਟੈਂਟ 1782 ਤੇ ਇਹਦੇ ਵਿੱਚ ਇੱਕ ਪੀਸ ਸ਼ਾਂਤੀ ਬਣਾਏ ਰੱਖਣ ਦੀ 20 ਸਾਲਾਂ ਤੱਕ ਦੀ ਟ੍ਰੀਟੀ ਸਾਈਨ ਕੀਤੀ ਗਈ ਸੀ। ਅਗਰੀਮੈਂਟ ਸਾਈਨ ਕੀਤਾ ਗਿਆ ਸੀ ਅੰਗਰੇਜ਼ਾਂ ਤੇ ਮਰਾਠਾਸ ਦੇ ਵਿਚਕਾਰ। ਸੋ ਫੇਰ ਆਉਂਦੀ ਹੈ ਦੂਜੀ ਮੈਸੂਰ ਦੀ ਲੜਾਈ। ਪਹਿਲੀ ਵਿੱਚ ਆਪਾਂ ਨੇ ਕੀ ਦੇਖਿਆ? ਨਿਜ਼ਾਮ ਹੈਦਰਾਬਾਦ ਬ੍ਰਿਟਿਸ਼ਰ ਅੰਗਰੇਜ਼ ਇੱਕ ਪਾਸੇ, ਦੂਜੇ ਪਾਸੇ ਮੈਸੂਰ ਦਾ ਹੈਦਰ ਅਲੀ ਉਹਨੇ ਅੰਗਰੇਜ਼ਾਂ ਤੇ ਹੈਦਰਾਬਾਦ ਦੇ ਨਿਜ਼ਾਮ ਨੂੰ ਹਰਾਤਾ ਤੇ ਜਿੱਤ ਹਾਸਿਲ ਕੀਤੀ। ਟ੍ਰੀਟੀ ਆਫ ਉੱਥੇ ਮੈਸੂਰ ਸਾਈਨ ਕੀਤੀ ਗਈ। ਹੁਣ ਦੂਜੇ ਪਾਸੇ ਕੌਣ ਆ ਗਿਆ?
हैदर अली इन्हें स्टार्ट की लड़ाई अंग्रेज़ों के नाल। इन्हें काफ़ी कोशिश की अंग्रेज़ों को हराउण की, पर कुछ समय बाद हैदर अली की डेथ हो गई 1782 विच। उस तो बाद जिहड़ी अगे की लड़ाई सी उहनूं कंटिन्यू किया हैदर अली के बेटे टिपू सुल्तान ने। पर ਜਿਹੜੇ ਦੋਨੋਂ ਸਾਈਡ ਸੀਗੀਆਂ ਅੰਗਰੇਜ਼ਾਂ ਵਾਲੀ ਸਾਈਡ ਵੀ ਟਿਪੂ ਸੁਲਤਾਨ ਵੀ ਦੋਨੋਂ ਹੀ ਇੱਕ ਦੂਜੇ ਨੂੰ ਓਵਰਪਾਵਰ ਨਹੀਂ ਕਰ ਸਕੀਆਂ, ਹਰਾ ਨਹੀਂ ਸਕੀਆਂ ਤੇ ਉੱਥੇ ਇਹਨਾਂ ਨੇ ਇੱਕ ਪੀਸ ਟ੍ਰੀਟੀ ਸ਼ਾਂਤੀ ਬਣਾਏ ਰੱਖਣ ਦੀ ਅਗਰੀਮੈਂਟ ਟ੍ਰੀਟੀ ਸਾਈਨ ਕੀਤੀ, ਟ੍ਰੀਟੀ ਆਫ ਮੈਂਗਲੋਰ 1784। ਉਸ ਤੋਂ ਬਾਅਦ ਆਉਂਦਾ ਵਾਰਨ ਹਾਸਟਿੰਗ ਤੋਂ ਬਾਅਦ ਕੌਰਨਵਾਲਿਸ ਦੇ ਅੰਦਰ ਦੀਆਂ ਲੜਾਈਆਂ। ਸੋ ਜਦੋਂ ਕੌਰਨਵਾਲਿਸ ਦਾ ਰੂਲ ਸੀ ਉਸ ਸਮੇਂ ਜਿਹੜੀ ਲੜਾਈ ਹੋਈ ਉਹਦੇ ਵਿੱਚੋਂ ਪਹਿਲੀ ਲੜਾਈ ਆਉਂਦੀ ਹੈ ਤੀਜੀ ਮੈਸੂਰ ਵਾਰ। The third British encounter with Mysore was more fruitful from British point of view, ਕਿਉਂਕਿ ਉਰੇ ਕੀ ਹੋਇਆ ਜਿਹੜੀ ਤੀਜੀ ਮੈਸੂਰ ਲੜਾਈ ਸੀ ਪਹਿਲੀ ਵਿੱਚ ਤਾਂ ਮੈਸੂਰ ਸਾਈਡ ਤੋਂ ਹੈਦਰ ਅਲੀ ਜਿੱਤ ਗਿਆ, ਦੂਜੇ ਵਿੱਚ ਕੋਈ ਨਹੀਂ ਜਿੱਤਿਆ, ਤੀਜੀ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ। ਟਿਪੂ ਸੁਲਤਾਨ ਹਾਰ ਗਿਆ 1792 ਵਿੱਚ। ਜਿੱਥੇ ਟਿਪੂ ਸੁਲਤਾਨ ਹਾਰਿਆ ਜਿਹੜੀ ਇਹ ਟ੍ਰੀਟੀ ਦਾ ਨਾਮ ਹੈ ਅਗਰੀਮੈਂਟ, एग्जाम ਦੇ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸ਼੍ਰੀਰੰਗਾਪਟਨਮ। ਸੋ ਕਿਹੜੀ ਟ੍ਰੀਟੀ ਦੇ ਵਿੱਚ ਟਿਪੂ ਸੁਲਤਾਨ ਦੀ ਹਾਰ ਹੋਈ, ਉਹਦਾ ਨਾਮ ਕਾਫੀ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਸੋ ਨੈਕਸਟ ਬਹੁਤ ਇੰਪੋਰਟੈਂਟ ਨਾਮ ਆਉਂਦਾ ਹੈ ਲਾਰਡ ਵੈਲੇਸਲੀ ਦਾ। ਜਦੋਂ ਵੀ ਆਪਾਂ ਬ੍ਰਿਟਿਸ਼ ਰੂਲ ਦੇ ਐਕਸਪੈਂਸ਼ਨ ਦੀ, ਉਹਨਾਂ ਦੀ ਪਾਵਰ ਦੀ ਵਧਣ ਦੀ ਗੱਲ ਕਰਦੇ ਆ ਇੰਡੀਆ 'ਚ, ਤਾਂ ਉਹਦੇ ਲਈ ਤਿੰਨ ਇੰਪੋਰਟੈਂਟ ਤਰੀਕੇ ਅਪਣਾਏ ਅੰਗਰੇਜ਼ਾਂ ਨੇ। ਲਾਰਡ ਵੈਲੇਸਲੀ ਦੀਆਂ ਕੁਝ ਪਾਲਿਸੀ ਸੀ, ਮੈਥਡ ਸੀ। To achieve his political aim, Wellesley relied on three methods: subsidiary alliance the system, outright war the, assumption of territories of previously subordinated ruler। So ਤੁਸੀਂ एग्जाम ਦੇ ਲਈ ਇਹ ਦਿਮਾਗ ਚੰਗੀ ਤਰ੍ਹਾਂ ਬਿਠਾ ਲਓ। subsidiary alliance ਦਾ ਸਿਸਟਮ ਕਿਹਨੇ ਸਟਾਰਟ ਕੀਤਾ? ਲਾਰਡ ਵੈਲੇਸਲੀ। subsidiary alliance system ਇਹਦੇ ਅੰਦਰ ਕੀ ਸੀ? The ruler of the allying Indian state was compelled to accept the permanent stationing of British force। ਇੰਡੀਆ ਦਾ ਜੋ ਵੀ ਰੂਲਰ ਸੀ ਜਿਸ ਵੀ ਸਟੇਟ ਦਾ, ਉਹਨੂੰ ਬ੍ਰਿਟਿਸ਼ਰਸ ਦੇ ਕੰਟਰੋਲ ਨੂੰ ਧੱਕੇ ਨਾਲ ਫੋਰਸਫੁਲੀ ਅਪਣਾਉਣਾ ਪੈਂਦਾ ਸੀ। ਲਾਰਡ ਵੈਲੇਸਲੀ ਨੇ ਸਾਈਨ ਕੀਤੀ ਪਹਿਲੀ ਸਬਸਿਡਰੀ ਟ੍ਰੀਟੀ ਹੈਦਰਾਬਾਦ ਦੇ ਨਿਜ਼ਾਮ ਦੇ ਨਾਲ 1798। very important question। The Nawab of Awadh was forced to sign a subsidiary treaty in 1801। ਸੋ ਪਹਿਲੀ ਸਬਸਿਡਰੀ ਟ੍ਰੀਟੀ ਹੈਦਰਾਬਾਦ ਦੇ ਨਿਜ਼ਾਮ ਨਾਲ, ਉੱਥੇ ਤਾਂ ਚਲੋ ਨਾਰਮਲੀ ਹੋ ਗਿਆ, ਪਰ ਜਿੱਥੇ ਧੱਕੇ ਨਾਲ ਫੋਰਸਫੁਲੀ ਤਾਕਤ ਯੂਜ਼ ਕਰਕੇ ਸਾਈਨ ਕਰਵਾਈ ਹੈ ਟ੍ਰੀਟੀ, ਸਾਰਾ ਉਹਦਾ ਜਿਹੜਾ ਸਟੇਟ ਸੀ ਉਹਨੂੰ ਆਪਣੇ ਕੰਟਰੋਲ ਦੇ ਅੰਡਰ ਲੈ ਲਿਆ, ਉਹ ਸੀ ਅਵਧ, ਨਵਾਬ ਆਫ ਅਵਧ 1801। ਨੈਕਸਟ ਉਸ ਤੋਂ ਬਾਅਦ ਹੋਈ ਲਾਰਡ ਵੈਲੇਸਲੀ ਦੇ ਟਾਈਮ ਦੇ ਅੰਦਰ ਚੌਥੀ ਮੈਸੂਰ ਵਾਰ। ਸੋ ਜਿਹੜਾ ਮੈਸੂਰ ਦਾ ਸੁਲਤਾਨ ਸੀ ਟਿਪੂ, ਉਹਨੇ ਆਬਵੀਅਸਲੀ ਪਹਿਲਾਂ ਉਹਦੀ ਲੜਾਈ ਹੋਈ, ਉਹਦੇ ਫਾਦਰ ਨੇ ਉਸ ਤੋਂ ਪਹਿਲਾਂ ਪਹਿਲੀ ਮੈਸੂਰ ਦੀ ਲੜਾਈ ਜਿੱਤ ਹਾਸਿਲ ਕੀਤੀ। ਟਿਪੂ ਸੁਲਤਾਨ ਹਾਰ ਮੰਨਣ ਵਾਲਾ ਨਹੀਂ ਸੀ, ਚਾਹੇ ਉਹਨੂੰ ਬ੍ਰਿਟਿਸ਼ਰਸ ਨੇ ਪਿਛਲੀ ਮੈਸੂਰ ਵਾਰ 'ਚ ਹਰਾਇਆ। ਸੋ ਉਹਨੇ ਕਦੇ ਵੀ ਅਗਰੀ ਨਹੀਂ ਕੀਤਾ, ਕਦੇ ਵੀ ਉਹਨੇ ਚੀਜ਼ ਨੂੰ ਮੰਨਿਆ ਨਹੀਂ ਕਿ ਮੈਂ ਆਪਣਾ ਜੋ ਵੀ ਰਾਜ ਹੈ ਉਹ ਦੇ ਦੂੰਗਾ ਸਬਸਿਡਰੀ ਟ੍ਰੀਟੀ ਦੇ ਅੰਦਰ। He entered into negotiation for an alliance with revolutionary France। Lord Wellesley attacked and defeated Tipu in a brief but fierce war। 1799 ਦੇ ਵਿੱਚ ਇੱਕ ਛੋਟੀ ਪਰ ਬਹੁਤ ਹੀ ਫੀਅਰਸ ਲੜਾਈ ਹੋਈ ਜਿਹਦੇ ਵਿੱਚ ਲਾਰਡ ਵੈਲੇਸਲੀ ਨੇ ਬ੍ਰਿਟਿਸ਼ਰ ਸਾਈਡ ਤੋਂ ਟਿਪੂ ਨੂੰ ਹਰਾਇਆ। ਟਿਪੂ ਦੀ ਇਸ ਲੜਾਈ ਦੇ ਵਿੱਚ ਡੈਥ ਹੋ ਗਈ while defending his capital Srirangapatnam। Nearly half of Tipu's dominion were divided between British and their ally Nizam। The reduced kingdom of Mysore was restored to original Odoicer dynasty। So ਜਿਹੜਾ ਇਹ ਮੈਸੂਰ ਦਾ ਹੁਣ ਜੋ ਵੀ ਪੂਰਾ ਕਿੰਗਡਮ ਸੀ ਉਹ ਘਟ ਗਿਆ ਸੀ, ਰਿਡਿਊਸ ਹੋ ਗਿਆ ਸੀ, ਕਾਫੀ ਭਾਗਾਂ 'ਚ ਵੰਡਿਆ ਗਿਆ ਸੀ ਕਿਉਂਕਿ ਕੁਝ ਹਿੱਸਾ ਬ੍ਰਿਟਿਸ਼ਰਸ ਨੇ ਰੱਖ ਲਿਆ, ਕੁਝ ਜਿਹੜਾ ਬ੍ਰਿਟਿਸ਼ਰਸ ਦਾ ਸਾਥ ਦੇ ਰਿਹਾ ਸੀ ਹੈਦਰਾਬਾਦ ਦਾ ਨਿਜ਼ਾਮ ਉਹਨੂੰ ਦੇਤਾ। ਸੋ ਬਾਕੀ ਜੋ ਬਚਿਆ ਹੋਇਆ ਰਾਜ ਸੀ ਉਹ ਜਿਹੜੇ ਮੈਸੂਰ ਦੇ ਸਭ ਤੋਂ ਪਹਿਲੇ ਰੂਲਰ ਸੀ, ਓਰੀਜਨਲ ਡਾਇਨੈਸਟੀ ਸੀ ਓਡੈਸਰ ਡਾਇਨੈਸਟੀ, ਉਹਨਾਂ ਨੂੰ ਵਾਪਿਸ ਕਰਤਾ। ਸੋ ਇਹ ਨਾਮ ਵੀ ਯਾਦ ਰੱਖਣਾ। ਉਸ ਤੋਂ ਬਾਅਦ ਆਉਂਦੀ ਹੈ ਦੂਜੀ ਮਰਾਠਾ ਵਾਰ। The Marathas were the only major Indian power left outside the sphere of British control। Almost ਹਰ ਮੇਜਰ ਏਰੀਆ ਬ੍ਰਿਟਿਸ਼ਰਸ ਨੇ ਇਸ ਸਮੇਂ ਤੱਕ ਆਪਣੇ ਕੰਟਰੋਲ 'ਚ ਲੈ ਲਿਆ ਸੀ। ਸਿਰਫ ਮਰਾਠਾ ਸੀਗੇ ਜਿਹੜੇ ਹਜੇ ਵੀ ਥੋੜੇ ਬਹੁਤ ਇੱਕ ਡਰ ਸੀ ਬ੍ਰਿਟਿਸ਼ਰਸ ਦੇ ਲਈ, ਇੱਕ ਪਾਵਰਫੁਲ ਰੂਲਿੰਗ ਡਾਇਨੈਸਟੀ ਜਿਹੜੀ ਬਚੀ ਹੋਈ ਸੀ।
Maratha Empire at this consisted of a confederacy of 5 big chief. ਸੋ 5 ਵੱਡੇ ਵੱਡੇ ਚੀਫ ਸੀ ਜਿਨ੍ਹਾਂ ਦਾ ਇੱਕ ਇਕੱਠ ਜੋੜ ਸੀ ਜਿਹੜਾ ਮਰਾਠਾ ਕਿੰਗਡਮ ਨੂੰ ਚਲਾ ਰਿਹਾ ਸੀ। ਪੂਨਾ ਦੇ ਵਿੱਚ ਪੇਸ਼ਵਾ ਸੀ, ਗਾਇਕਵਾੜ ਬਰੋਦਾ, ਸਿੰਧੀਆ ਐਟ ਗਵਾਲੀਅਰ, ਹੋਲਕਾਰ ਐਟ ਇੰਦੌਰ, ਭੋਂਸਲੇ ਐਟ ਨਾਗਪੁਰ। very important question ਐਗਜ਼ਾਮ ਦੇ ਵਿੱਚ ਡਾਇਰੈਕਟਲੀ ਪੁੱਛਿਆ ਜਾਂਦਾ ਹੈ ਵੀ ਮਰਾਠਾ ਕਨਫੈਡਰੇਸੀ ਦੇ ਅੰਦਰ ਇੰਦੌਰ ਵਿੱਚ ਕੌਣ ਸੀ, ਨਾਗਪੁਰ ਚ ਕੌਣ ਸੀ। ਇਹ ਤੁਹਾਨੂੰ ਕਰੈਕਟ ਇਨਕਰੈਕਟ ਵਿੱਚ ਆ ਸਕਦਾ ਹੈ, ਮੈਚ ਦੀ ਫੋਲੋਇੰਗ ਵਿੱਚ ਆ ਸਕਦਾ ਹੈ। What was worse, the Maratha chiefs were engaged in bitter fratricidal strife. So ਮਰਾਠਾ ਸੀ ਜਿਹੜੇ ਆਪਸ ਦੇ ਵਿੱਚ ਇਹਨਾਂ ਦੇ ਜ਼ਿਆਦਾ ਸਹੀ ਰਿਲੇਸ਼ਨ ਨਹੀਂ ਸੀ ਚੱਲ ਰਹੇ ਤੇ ਬ੍ਰਿਟਿਸ਼ਰਸ ਨੇ ਇਹਨਾਂ ਚੀਜ਼ਾਂ ਦਾ ਹੀ ਫਾਇਦਾ ਚੱਕਿਆ। ਸੋ ਇਹ ਚੀਜ਼ਾਂ ਕਿੱਥੋਂ ਪ੍ਰੂਵ ਹੁੰਦੀਆਂ ਨੇ ਕਿ ਜਿਹੜੇ ਮਰਾਠਾਸ ਦੇ ਆਪਸ ਦੇ ਵਿੱਚ ਹੀ ਸੀਗੇ ਇਹੀ ਨਹੀਂ ਸੀ ਸਹੀ, ਕਿਉਂਕਿ ਮਰਾਠਾਸ ਇੱਕ ਸਾਈਡ ਤੇ 1802 ਵਿੱਚ ਹੋਲਕਾਰ ਸੀ ਜਿਨ੍ਹਾਂ ਨੇ ਪੇਸ਼ਵਾ ਤੇ ਸਿੰਧੀਆ ਇਹਨਾਂ ਦੀ ਕੰਬਾਈਨਡ ਆਰਮੀ ਨੂੰ ਹਰਾਇਆ। ਪੇਸ਼ਵਾ ਬਾਜੀਰਾਓ II ਇਸ ਲੜਾਈ ਤੋਂ ਬਾਅਦ ਹੋਲਕਾਰਸ ਤੋਂ ਹਾਰਨ ਤੋਂ ਬਾਅਦ ਇੰਗਲਿਸ਼ ਤੇ ਬ੍ਰਿਟਿਸ਼ਰਸ ਦੇ ਆਰਮ ਦੇ ਅੰਦਰ ਆ ਗਏ ਤੇ ਉੱਥੇ ਉਹਨਾਂ ਨੂੰ ਸਬਸਿਡਰੀ ਟ੍ਰੀਟੀ ਸਾਈਨ ਕਰਨੀ ਪਈ ਬਸੈਨ ਵਿੱਚ। ਸੋ ਇਹ ਤੁਸੀਂ ਐਗਜ਼ਾਮ ਦੇ ਲਈ ਯਾਦ ਰੱਖਣਾ ਹੈ ਵੀ ਹੋਲਕਾਰਸ ਤੇ ਪੇਸ਼ਵਾ ਤੇ ਸਿੰਧੀਆ ਦੀ ਕੰਬਾਈਨਡ ਆਰਮੀ ਨੂੰ ਹਰਾਉਣ ਤੋਂ ਬਾਅਦ ਪੇਸ਼ਵਾ ਬਾਜੀਰਾਓ II ਨੂੰ ਕਿਹੜੀ ਟ੍ਰੀਟੀ ਸਾਈਨ ਕਰਨੀ ਪਈ ਸਬਸਿਡਰੀ ਅਲਾਈਅੰਸ ਦੇ ਅੰਦਰ। ਸੋ ਇਸ ਸਮੇਂ ਵੀ ਇਹੋ ਜਿਹਾ ਟਾਈਮ ਆ ਗਿਆ ਸੀ ਵੀ ਹਜੇ ਵੀ ਮਰਾਠਾਸ ਨੂੰ ਸਮਝ ਜਾਣਾ ਚਾਹੀਦਾ ਸੀ ਵੀ ਜੇ ਉਹ ਆਪਣਾ ਰੂਲ ਇਸੇ ਤਰ੍ਹਾਂ ਚਾਹੁੰਦੇ ਨੇ ਤਾਂ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਆਪਣੇ ਕਾਮਨ ਐਨੀਮੀ ਬ੍ਰਿਟਿਸ਼ਰਸ ਦੇ ਅਗੇਂਸਟ। ਪਰ ਮਰਾਠਾਸ ਨੂੰ ਆਪਣੀ ਆਪਣੀ ਰੂਲ ਦੀ ਪਈ ਸੀ ਸੋ ਉਹ ਹਜੇ ਵੀ ਇਕੱਠੇ ਨਹੀਂ ਹੋਏ। When Scindia and Bhonsle fought the British, Holkar stood on the sideline. Gaikwad gave help to the British. ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮਰਾਠਾਸ ਦੀਆਂ ਆਪਣੀਆਂ 5 ਕਨਫੈਡਰੇਸੀ ਸੀ ਇਹੀ ਬਿਲਕੁਲ ਇੱਕ ਦੂਜੇ ਦੇ ਅਗੇਂਸਟ ਖੜੀਆਂ ਸੀ। When Holkar took up arms, Bhonsle and Scindia nursed their wounds, but Yashwantrao Holkar proved more than a match for the British. East India Company discovered that policy of expansion through war was proving costly. Wellesley were therefore recalled from India and company made peace with Holkar by Treaty of Rajgarh. ਸੋ ਜਿਹੜੀਆਂ ਲੜਾਈਆਂ ਹੋ ਰਹੀਆਂ ਸੀ ਅਲੱਗ-ਅਲੱਗ ਮਰਾਠਾ ਦੀ ਕਨਫੈਡਰੇਸੀਜ਼ ਦੇ ਨਾਲ ਅੰਗਰੇਜ਼ਾਂ ਦੀਆਂ, ਇਹਦੇ ਨਾਲ ਅੰਗਰੇਜ਼ਾਂ ਨੂੰ ਫਾਈਨੈਂਸ਼ੀਅਲੀ ਪੈਸੇ ਦੇ ਤੌਰ ਤੇ ਬਹੁਤ ਨੁਕਸਾਨ ਆ ਰਿਹਾ ਸੀ। ਸੋ ਇੰਡੀਆ ਦੇ ਵਿੱਚੋਂ ਲਾਰਡ ਵੈਲੇਸਲੇ ਨੂੰ ਵਾਪਿਸ ਬੁਲਾ ਲਿਆ ਈਸਟ ਇੰਡੀਆ ਕੰਪਨੀ ਨੇ ਤੇ ਈਸਟ ਇੰਡੀਆ ਕੰਪਨੀ ਨੇ ਇੱਕ ਅਗਰੀਮੈਂਟ, ਇੱਕ ਸ਼ਾਂਤੀ ਬਣਾਏ ਰੱਖਣ ਦੇ ਲਈ ਟ੍ਰੀਟੀ ਸਾਈਨ ਕਰ ਲਈ ਹੋਲਕਾਰਸ ਦੇ ਨਾਲ। ਉਸ ਟ੍ਰੀਟੀ ਦਾ ਨਾਮ ਹੈ ਟ੍ਰੀਟੀ ਆਫ ਰਾਜਘਾਟ। ਨੈਕਸਟ ਇੰਪੋਰਟੈਂਟ ਹੈ ਕਿਹੜੀਆਂ ਲੜਾਈਆਂ ਹੋਈਆਂ ਲਾਰਡ ਹੇਸਟਿੰਗਸ ਦੇ ਅੰਦਰ। ਸੋ ਲਾਰਡ ਵਾਰਨ ਹੇਸਟਿੰਗ ਦੇ ਅੰਦਰ ਪਹਿਲੀ ਲੜਾਈ ਹੋਈ ਸੀ ਨੇਪਾਲ ਵਾਰ 1814 ਤੋਂ 16 ਤੱਕ। ਜਿਹੜੀ ਇਹ ਲੜਾਈ ਸੀ 2 ਸਾਲ ਤੱਕ ਚੱਲਦੀ ਰਹੀ ਤੇ ਕਿਹੜੀ ਟ੍ਰੀਟੀ ਕਿਹੜੇ ਅਗਰੀਮੈਂਟ ਦੇ ਨਾਲ ਇਹ ਖਤਮ ਹੋਈ? ਟ੍ਰੀਟੀ ਆਫ ਸਗੌਲੀ। ਇਹ ਕੁਐਸਚਨ ਡਾਇਰੈਕਟਲੀ ਐਗਜ਼ਾਮ ਵਿੱਚ ਬਹੁਤ ਵਾਰੀ ਪੁੱਛਿਆ ਜਾਂਦਾ ਹੈ। ਨੈਕਸਟ ਆਉਂਦੀ ਹੈ ਥਰਡ ਮਰਾਠਾ ਵਾਰ। ਸੋ ਆਪਾਂ ਨੇ ਪਹਿਲੀ ਦੇਖੀ, ਦੂਜੀ ਦੇਖੀ, ਹੁਣ ਆ ਗਈ ਤੀਜੀ ਮਰਾਠਾ ਵਾਰ। Second Maratha War had shattered the power of Maratha chief but not their spirit. They made a desperate last attempt to regain their independence, old prestige in 1817. So ਆਖਰੀ ਕੋਸ਼ਿਸ਼ ਕੀਤੀ ਮਰਾਠਾ ਚੀਫਸ ਨੇ ਆਪਣਾ ਜਿਹੜਾ ਪੂਰੀ ਮਰਾਠਾ ਰੂਲ ਸੀ ਉਹਨੂੰ ਇੰਡੀਆ ਦੇ ਵਿੱਚ ਬਰਕਰਾਰ ਰੱਖਣ ਦੇ ਲਈ। The lead in organizing a united front of Maratha chiefs was taken by the Peshwa. So ਪੇਸ਼ਵਾ ਨੇ ਪਹਿਲ ਕੀਤੀ। Governor General Lord Hastings struck back. He compelled Scindia to accept British suzerainty. So ਸਿੰਧੀਆਸ ਨੂੰ ਕੰਪੈਲ ਕੀਤਾ, ਜ਼ੋਰ ਲਗਾਇਆ ਗਵਰਨਰ ਜਨਰਲ ਲਾਰਡ ਹੈਸਟਿੰਗ ਨੇ ਕਿ ਉਹ ਬ੍ਰਿਟਿਸ਼ਰਸ ਦੇ ਰਾਜ ਨੂੰ ਐਕਸੈਪਟ ਕਰ ਲਏ। ਨਾਲ ਹੀ ਡਿਫੀਟ ਕੀਤਾ ਪੇਸ਼ਵਾ, ਭੋਂਸਲੇ ਤੇ ਹੋਲਕਾਰ ਦੀਆਂ ਆਰਮੀਜ਼ ਨੂੰ। ਪੇਸ਼ਵਾ ਨੂੰ ਡੀਥਰੋਨ ਕਰਤਾ, ਆਪਣੇ ਰਾਜ ਤੋਂ ਗੱਦੀ ਤੋਂ ਹਟਾਤਾ, ਉਹਦੀ ਪੈਨਸ਼ਨ ਖਤਮ ਕਰਤੀ। ਹੋਲਕਾਰ ਐਂਡ ਭੋਂਸਲੇ ਅਸੈਪਟਡ ਸਬਸਿਡਰੀ ਫੋਰਸ। ਸੋ ਇਹ ਜਿਹੜੀਆਂ ਦੋ ਮਰਾਠਾ ਕਨਫੈਡਰੇਸੀ ਸੀ ਇਹਨਾਂ ਨੇ ਬ੍ਰਿਟਿਸ਼ਰਸ ਦੇ ਕੰਟਰੋਲ ਨੂੰ ਐਕਸੈਪਟ ਕਰ ਲਿਆ ਤੇ ਉਹਨਾਂ ਦੀ ਜਿਹੜੀ ਸਬਸਿਡਰੀ ਅਲਾਈਅੰਸ ਟ੍ਰੀਟੀ ਸੀ ਉਹਨੂੰ ਵੀ ਐਕਸੈਪਟ ਕੀਤਾ। ਨੈਕਸਟ ਇਜ਼ ਕਨਸੈਪਟ ਆਫ ਪੈਰਾਮਾਉਂਟਸੀ। ਸੋ ਹੁਣ ਆਪਾਂ ਨੇ ਬਾਕੀ ਕਨਸੈਪਟ ਦੇਖ ਲਏ, ਸਬਸਿਡਰੀ ਅਲਾਈਅੰਸ ਦੇਖ ਲਿਆ, ਵਾਰਸ ਦੇਖ ਲਿਆ। ਪੈਰਾਮਾਉਂਟਸੀ ਕਨਸੈਪਟ ਦਾ ਮਤਲਬ ਹੈ ਸਿੰਪਲ ਜਿਹਾ ਵੀ 1818 ਤੱਕ ਆਲਮੋਸਟ ਪੂਰਾ ਦਾ ਪੂਰਾ ਇੰਡੀਅਨ ਸਬਕੌਂਟੀਨੈਂਟ ਬ੍ਰਿਟਿਸ਼ਰਸ ਨੇ ਆਪਣੇ ਕੰਟਰੋਲ ਦੇ ਅੰਦਰ ਕਰ ਲਿਆ। ਸਿਰਫ ਦੋ ਕਿਹੜੀਆਂ ਜਗ੍ਹਾ ਬਚੀਆਂ ਸੀ, ਪੰਜਾਬ ਤੇ ਸਿੰਧ।
ਸੋ ਪੰਜਾਬ ਤੇ ਸਿੰਧ ਨੂੰ ਛੱਡ ਕੇ ਬਾਕੀ ਜਿਹੜੇ ਵੀ ਸਟੇਟਸ ਬ੍ਰਿਟਿਸ਼ਰਸ ਦੇ ਕੰਟਰੋਲ 'ਚ ਆ ਗਈਆਂ ਸੀ, ਹੁਣ ਉਹਨਾਂ ਉੱਤੇ ਬ੍ਰਿਟਿਸ਼ਰਸ ਦੀ ਪੈਰਾਮਾਊਂਟ ਪਾਵਰ ਸੀ, ਮਤਲਬ ਮੇਜਰ ਇੰਪੋਰਟੈਂਟ ਜਿਹੜਾ ਕੰਟਰੋਲ ਹੈ ਉਹ ਬ੍ਰਿਟਿਸ਼ਰਸ ਦਾ ਰਹੂਗਾ। ਇਸ ਪਾਵਰ ਦੇ ਨਾਲ ਕੀ ਸੀ, ਕੁਝ ਜਗ੍ਹਾ ਤੇ ਜਿਵੇਂ ਹੈਦਰਾਬਾਦ ਵਿੱਚ ਉੱਥੇ ਨਿਜ਼ਾਮ ਹੀ ਸੀ, ਉਹਨੂੰ ਗੱਦੀ ਤੋਂ ਨਹੀਂ ਹਟਾਇਆ ਬ੍ਰਿਟਿਸ਼ਰਸ ਨੇ। ਸੋ ਜਿਹੜੀਆਂ ਇਹੋ ਜਿਹੀਆਂ ਜਗ੍ਹਾ ਸੀ ਜਿੱਥੇ ਉੱਥੋਂ ਦੇ ਰੂਲਰ ਸੀਗੇ, ਪਰ ਉਹਨਾਂ ਰੂਲਰਸ ਨੂੰ ਵੀ ਇਸ ਪਾਵਰ ਦੇ ਅੰਦਰ ਬ੍ਰਿਟਿਸ਼ਰਸ ਨੇ ਇਹ ਕਹਿਤਾ ਵੀ ਮੇਨ ਪੈਰਾਮਾਊਂਟ ਪਾਵਰ ਕੰਟਰੋਲ ਸਾਡੇ ਕੋਲ ਹੈ ਇੰਟਰਨਲ ਅਫੇਅਰਸ ਨੂੰ ਲੈ ਕੇ। ਸੋ ਬ੍ਰਿਟਿਸ਼ਰਸ ਨੇ ਕੀ ਕੀਤਾ, ਇੱਕ ਰਾਈਟ ਰਿਜ਼ਰਵ ਕਰ ਲਿਆ ਟੂ ਇੰਟਰਫੇਅਰ ਇਨ ਦ ਇੰਟਰਨਲ ਅਫੇਅਰ ਆਫ ਦੋ ਸਟੇਟ, ਮੇਡ देयर ਫੋਰਨ ਰਿਲੇਸ਼ਨ ਟੋਟਲੀ ਸਬਸਰਵੀਐਂਟ ਟੂ ਦ ਬ੍ਰਿਟਿਸ਼। ਸੋ ਮਤਲਬ ਮੇਨ ਪੈਰਾਮਾਊਂਟ ਪਾਵਰ ਇੰਡੀਅਨ ਸਟੇਟਸ ਉੱਤੇ ਕਿਹਦੀ ਆ ਗਈ ਸੀ, ਬ੍ਰਿਟਿਸ਼ਰਸ ਦੀ 1818 ਤੱਕ। ਹੁਣ ਜਿਹੜੀਆਂ ਦੋ ਜਗ੍ਹਾ ਬਚੀਆਂ ਨੇ ਪੰਜਾਬ ਤੇ ਸਿੰਧ, ਪਹਿਲਾਂ ਆਪਾਂ ਦੇਖਾਂਗੇ ਸਿੰਧ ਨੂੰ ਕਿਵੇਂ ਬ੍ਰਿਟਿਸ਼ਰਸ ਨੇ ਕਨਕਰ ਕੀਤਾ। Conquest of Sindh occurred as a result of growing Anglo-Russian rivalry in Europe, Asia, and consequent British feared that Russia might attack India through Afghanistan or Persia. ਬ੍ਰਿਟਿਸ਼ਰਸ ਦੀ ਰਸ਼ੀਆ ਦੇ ਨਾਲ ਯੂਰਪ ਦੇ ਵਿੱਚ ਆਲਰੇਡੀ ਲੜਾਈ ਚੱਲ ਰਹੀ ਸੀ ਇਸ ਸਮੇਂ। ਬ੍ਰਿਟਿਸ਼ਰਸ ਨੂੰ ਇੱਕ ਡਰ ਸੀ ਵੀ ਅਫਗਾਨਿਸਤਾਨ ਜਾਂ ਪਰਸ਼ੀਆ ਦੇ ਥਰੂ ਇੰਡੀਆ ਦੇ ਵਿੱਚ ਜਿਹੜੇ ਰਸ਼ੀਅਨਸ ਨੇ ਉਹ ਅਟੈਕ ਨਾ ਕਰਨ ਆ ਕੇ ਬ੍ਰਿਟਿਸ਼ਰਸ ਨੂੰ। ਸੋ ਇਸ ਚੀਜ਼ ਨੂੰ ਕਾਊਂਟਰ ਕਰਨ ਦੇ ਲਈ ਸਿੰਧ ਨੂੰ ਆਪਣੇ ਕੰਟਰੋਲ ਦੇ ਅੰਦਰ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਸੀ। ਦ ਚੀਫਸ ਆਫ ਸਿੰਧ, ਇਹਨਾਂ ਨੂੰ ਜਿਹੜੇ ਸਿੰਧ ਦੇ ਚੀਫ ਸੀ, ਜਿਹੜੇ ਉਹਨਾਂ ਦੇ ਮੇਨ ਰੂਲਰ ਸੀ ਉਸ ਸਮੇਂ ਦੇ, ਉਹਨਾਂ ਦੇ ਲਈ ਜਿਹੜਾ ਇੱਕ ਟਰਮ ਯੂਜ਼ ਕੀਤਾ ਜਾਂਦਾ ਸੀ ਨਾਮ, ਉਹ ਸੀ ਅਮੀਰਸ। ਸੋ ਇਹ ਤੁਸੀਂ ਯਾਦ ਰੱਖਣਾ ਹੈ ਕਿ ਅਮੀਰਸ ਕੌਣ ਸੀ, these were the chiefs of Sindh। ਇਹਨਾਂ ਦੇ ਨਾਲ ਸਬਸਿਡਰੀ ਟ੍ਰੀਟੀ ਬ੍ਰਿਟਿਸ਼ਰਸ ਨੇ ਕਿਵੇਂ ਨਾ ਕਿਵੇਂ ਕੀਤੀ 1839 ਵਿੱਚ, ਵੈਰੀ ਇੰਪੋਰਟੈਂਟ ਡੇਟ। ਫਾਈਨਲੀ 1843 ਦੇ ਵਿੱਚ ਸਿੰਧ ਨੂੰ ਵੀ ਅਨੈਕਸ ਕਰ ਲਿਆ ਬ੍ਰਿਟਿਸ਼ਰਸ ਨੇ, ਆਪਣੇ ਕੰਟਰੋਲ ਦੇ ਅੰਦਰ ਲੈ ਲਿਆ ਬਾਏ ਅ ਬਰੀਫ ਕੈਂਪੇਨ ਬਾਏ ਸਰ ਚਾਰਲਸ ਨੇਪੀਅਰ। ਸੋ ਇਹ ਨਾਮ ਵੀ ਤੁਸੀਂ ਯਾਦ ਰੱਖਣਾ ਹੈ। ਸੋ ਇਸ ਤਰ੍ਹਾਂ ਦੇ ਨਾਲ ਸਿੰਧ ਨੂੰ ਕਨਕਰ ਕੀਤਾ। ਹੁਣ ਕੀ ਬਚਿਆ, ਹੁਣ ਸਿਰਫ ਔਰ ਸਿਰਫ ਬਚਿਆ ਪੰਜਾਬ। ਸੋ ਲਾਸਟ ਵਿੱਚ ਹੁਣ ਆਪਾਂ ਗੱਲ ਕਰਾਂਗੇ ਵੀ ਪੰਜਾਬ ਨੂੰ ਕਿਵੇਂ ਕਨਕਰ ਕੀਤਾ ਅੰਗਰੇਜ਼ਾਂ ਨੇ। ਜੂਨ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਤੋਂ ਬਾਅਦ ਬਹੁਤ ਹੀ ਜ਼ਿਆਦਾ ਵੀਕ ਰੂਲਰ ਆਏ, ਆਪਸ ਦੇ ਵਿੱਚ ਪਾਵਰ ਨੂੰ ਲੈ ਕੇ ਲੜਾਈਆਂ ਲੜਦੇ ਰਹੇ। ਸੋ ਪੋਲੀਟੀਕਲ ਇਨਸਟੇਬਿਲਿਟੀ ਆ ਗਈ ਸੀ ਪੰਜਾਬ ਵਿੱਚ। ਤੇ ਉਸ ਤੋਂ ਪਹਿਲਾਂ 1809 ਵਿੱਚ ਆਪਾਂ ਨੂੰ ਪਤਾ ਹੈ ਲਾਰਡ ਮਿੰਟੋ ਵਨ ਨੇ ਇੱਕ ਦੋਸਤੀ ਪਰਪੈਚੁਅਲ ਫਰੈਂਡਸ਼ਿਪ ਵਾਲਾ ਅਗਰੀਮੈਂਟ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ। ਪਰ ਹੁਣ ਇਸ ਟਾਈਪ ਦਾ ਸਮਾਂ ਆ ਗਿਆ ਸੀ ਵੀ ਪੰਜਾਬ ਦੇ ਵਿੱਚ ਕੋਈ ਵੀ ਇਸ ਦੋਸਤੀ ਨੂੰ ਬਰਕਰਾਰ ਰੱਖਣ ਦੇ ਲਈ ਨਾ ਤਾਂ ਇਫੈਕਟਿਵ ਰੂਲਰ ਸੀ ਤੇ ਨਾ ਹੀ ਬ੍ਰਿਟਿਸ਼ ਸਾਈਡ ਤੇ ਇੰਨੀ ਪੇਸ਼ੈਂਸ ਸੀਗੀ, ਕਿਉਂਕਿ ਬ੍ਰਿਟਿਸ਼ਰਸ ਜਲਦੀ ਤੋਂ ਜਲਦੀ ਪੂਰੇ ਦੇ ਪੂਰੇ ਜਿਹੜੀ ਕੰਟਰੀ ਹੈ ਉਹਨੂੰ ਅਨੈਕਸ ਕਰਨਾ ਚਾਹੁੰਦੇ ਸੀ। ਸੋ ਸਿਰਫ ਪੰਜਾਬ ਬਚਿਆ ਸੀ ਐਂਡ ਦੇ ਉੱਤੇ। ਸੋ ਇਹੀ ਕਾਰਨ ਬਣੀ ਪਹਿਲੀ ਸਿੱਖ ਵਾਰ ਦੀ 1845-46। ਸੋ ਜਿਹੜੀ ਇਹ ਪੋਲੀਟੀਕਲ ਇਨਸਟੇਬਿਲਿਟੀ ਸੀ, ਇਹਨੇ ਉਸ ਟਾਈਮ ਦੇ ਗਵਰਨਰ ਜਨਰਲ ਲਾਰਡ ਹਾਰਡਿੰਗੇ ਵਨ ਨੂੰ ਅਗਰੈਸਿਵ ਸਟੈਪ ਲੈਣ ਦੇ ਲਈ ਮਜਬੂਰ ਕੀਤਾ। ਸੋ 1849 ਦੇ ਵਿੱਚ ਇੱਕ ਵਾਰ ਡਿਕਲੇਅਰ ਕਰ ਦਿੱਤੀ ਗਈ ਤੇ ਦੋ ਮੇਨ ਲੀਡਰ ਨੇ, ਬਾਕੀ ਹੋਰ ਵੀ ਵਿੱਚੋਂ ਬਹੁਤ ਲੋਕ ਸੀ ਜਿਹੜੇ ਸਿੱਖ ਸਾਈਡ ਦੇ ਬ੍ਰਿਟਿਸ਼ਰ ਸਾਈਡ ਦੇ ਨਾਲ ਰਲੇ ਹੋਏ ਸੀ। ਸੋ ਉਹਨਾਂ ਨੇ ਧੋਖਾ ਕੀਤਾ। ਡਿਊ ਟੂ ਟ੍ਰੈਕਰੀ ਆਫ ਸਮ ਆਫ ਇਟਸ ਲੀਡਰ, ਜਿਵੇਂ ਲਾਲ ਸਿੰਘ, ਤੇਜ ਸਿੰਘ, ਜਿਹੜੀ ਪੰਜਾਬ ਆਰਮੀ ਸੀ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇੱਕ ਬਹੁਤ ਹੀ ਹਿਊਮਿਲੀਏਟਿੰਗ ਅਗਰੀਮੈਂਟ ਸਾਈਨ ਕਰਨਾ ਪਿਆ, ਟ੍ਰੀਟੀ ਆਫ ਲਾਹੌਰ ਇਨ ਮਾਰਚ 1846। ਸੋ ਇਸ ਤੋਂ ਬਾਅਦ ਬ੍ਰਿਟਿਸ਼ਰਸ ਨੇ ਅਨੈਕਸ ਕਰ ਲਿਆ ਜਲੰਧਰ ਦੁਆਬ ਤੇ ਜੰਮੂ ਕਸ਼ਮੀਰ ਨੂੰ ਦੇਤਾ ਰਾਜਾ ਗੁਲਾਬ ਸਿੰਘ ਡੋਗਰਾ ਨੂੰ। ਸੋ ਲਾਸਟ ਵਿੱਚ ਆਪਾਂ ਹੁਣ ਗੱਲ ਕਰਾਂਗੇ ਸੈਕਿੰਡ ਸਿੱਖ ਵਾਰ ਦੀ 1848। ਸੋ ਜਿਹੜੇ ਬ੍ਰਿਟਿਸ਼ਰ ਸੀ ਉਹ ਬਹੁਤ ਹੀ ਜ਼ਿਆਦਾ ਅਨਸੈਟਿਸਫਾਈਡ ਸੀਗੇ, ਹਜੇ ਵੀ ਕਿਤੇ ਨਾ ਕਿਤੇ ਇੱਕ ਲਾਸਟ ਇੰਡੀਪੈਂਡੈਂਟ ਸਟੇਟ ਰਹਿ ਗਈ ਸੀ ਬ੍ਰਿਟਿਸ਼ ਐਮਪਾਇਰ ਦੇ ਅੰਦਰ ਆਉਣ ਲਈ, ਪੰਜਾਬ ਸਟੇਟ। ਸੋ ਦੋ ਸਿੱਖ ਸਰਦਾਰ ਮੂਲਰਾਜ ਐਟ ਮੁਲਤਾਨ, ਛਤਰ ਸਿੰਘ ਅਟਾਰੀਵਾਲ ਲਾਹੌਰ, ਇਹਨਾਂ ਨੇ ਰਿਵੋਲਟ ਕੀਤੀ ਤੇ ਬ੍ਰਿਟਿਸ਼ਰਸ ਨੇ ਇਹ ਸਿੱਖਸ ਨੂੰ ਹਰਾਇਆ ਤੇ ਲਾਰਡ ਡਲਹੌਜ਼ੀ ਨੂੰ ਇੱਕ ਮੌਕਾ ਮਿਲ ਗਿਆ ਪੰਜਾਬ ਨੂੰ ਅਨੈਕਸ ਕਰਨ ਦਾ। So the last independent state of India was absorbed in the British Empire of India। So ਇਹ question ਵੀ ਬਹੁਤ ਜ਼ਿਆਦਾ important ਹੈ ਕਿ ਕਿਹੜੀ state ਹੈ ਇੰਡੀਆ ਦੀ ਜਿਹੜੀ ਸਭ ਤੋਂ ਆਖਿਰ ਦੇ ਵਿੱਚ
ब्रिटिश एम्पायर ने अनैक्स की एब्जॉर्ब की अपने रूल के अंदर? सो द आंसर विल बी पंजाब. So now let's discuss few important MCQs from this topic. So पहला क्वेश्चन है ਵੀ ਜਿਹੜੀ ਟ੍ਰੀਟੀ ਆਫ ਅੰਮ੍ਰਿਤਸਰ ਸੀ ਉਹ ਕਿਹਦੇ ਵਿੱਚ ਹੋਈ? ਮਹਾਰਾਜਾ ਰਣਜੀਤ ਸਿੰਘ ਐਂਡ ਦੂਜਾ ਕਾਊਂਟਰਪਾਰਟ ਕੌਣ ਸੀ? ਸੋ ਰਾਈਟ ਆਨਸਰ ਇਜ਼ ਆਪਸ਼ਨ ਡੀ ਲਾਰਡ ਮਿੰਟੋ. ਸੋ ਇਹਨਾਂ ਚਾਰ ਬੈਟਲਸ ਦੇ ਵਿੱਚੋਂ ਸਭ ਤੋਂ ਪਹਿਲਾਂ ਫੋਰਟ अर्लीस्ट ਕਿਹੜੀ ਬੈਟਲ ਸੀ? ਸੋ ਸਭ ਤੋਂ ਪਹਿਲਾਂ ਹੋਣ ਵਾਲੀ ਬੈਟਲ ਸੀ ਆਪਸ਼ਨ ਏ ਬੈਟਲ ਆਫ ਅੰਬੂਰ. Who among the following British official was sent to Lahore to negotiate the Treaty of Amritsar with Ranjit Singh? So Maharaja Ranjit Singh ਦੇ ਲਈ ਜਿਹੜਾ ਇੱਕ agreement ਸੀ treaty ਸੀ ਅੰਮ੍ਰਿਤਸਰ ਦੀ ਉਹਦੇ ਉੱਤੇ ਕਿ ਉਹ proper negotiate ਕਰ ਲੈਣ ਮੰਨ ਜਾਣ ਤਾਂ ਉਹਦੇ ਲਈ British officials ਨੇ ਕਿਹਨੂੰ ਭੇਜਿਆ ਸੀ? So right answer is option B Charles T Metcalfe. ਇਹ question ਬਹੁਤ ਵਾਰੀ exam ਵਿੱਚ repeat ਹੋਇਆ so this is very important. Next, who succeeded Siraj ud Daula, a Nawab of Bengal after Battle of Plassey? So Battle of Plassey ਤੋਂ ਬਾਅਦ Siraj ud Daula ਦੀ ਜਗ੍ਹਾ ਤੇ ਕੌਣ ਨਵਾਬ ਬਣਿਆ ਬੰਗਾਲ ਦਾ? So right answer is option B Mir Zafar. The final defeat of Maratha Confederacy came during the time of. So Marathas ਦੀ ਜਿਹੜੀ ਆਖਰੀ ਲੜਾਈ ਸੀ ਹਾਰ ਸੀ defeat ਸੀ ਉਹ ਕਿਹਦੇ time ਹੋਈ? Right answer is option C Hastings. 1757 ਵਿੱਚ ਸਿਰਾਜ ਉਦ ਦੌਲਾ ਨੂੰ ਕਿਹਨੇ ਹਰਾਇਆ? So he was defeated by option C Clive. Who among the following was not a party to the coalition that fought against English in the Battle of Buxar? So Battle of Buxar ਵਿੱਚ ਅੰਗਰੇਜ਼ਾਂ ਦੇ ਖਿਲਾਫ ਜਿਹੜੇ ਇਕੱਠੇ ਹੋਏ ਸੀ ਲੜਾਈ ਕਰਕੇ ਇੱਕ ਪਾਰਟੀ ਤਿਆਰ ਕੀਤੀ ਸੀ ਇਹਨਾਂ ਵਿੱਚੋਂ ਉਸ ਪਾਰਟੀ ਦਾ ਕੌਣ ਹਿੱਸਾ ਨਹੀਂ ਸੀ? So right answer is option B Mir Zafar. Treaty of Bassein ਬ੍ਰਿਟਿਸ਼ ਨੇ ਕਿਹੜੇ ਪੇਸ਼ਵਾ ਦੇ ਨਾਲ ਸਾਈਨ ਕੀਤੀ? So right answer is option D Bajirao II. Next is between whom was the Treaty of Purandar in 1776 made? So ਇਹ ਵੀ ਬਹੁਤ important question ਹੈ. Right answer is option C Marathas and the English. Who among the following was an ally of Mir Qasim in the Battle of Buxar? So Mir Qasim ਦੇ ਨਾਲ ਜਿਹੜਾ ਸਾਥੀ ਸੀ Battle of Buxar ਵਿੱਚ ਉਹ ਸੀ option D Shah Alam II. ਤੇ ਜਿਹੜਾ ਇਹ ਲੈਕਚਰ ਹੈ ਨਾਲ Revolt of 1857 ਜਿਹੜੇ PPSC exam conduct ਕਰਵਾਉਂਦੀ ਆ ਉਹਨਾਂ ਵਿੱਚ directly ਇਹ simple question ਹੀ ਪੁੱਛੇ ਜਾਂਦੇ ਨੇ. So this lecture is very important for all those exams which are conducted by PPSC ਚਾਹੇ civil services exam ਆ ਜਾਂ ਫਿਰ ਉਹ ਆਉਣ ਵਾਲਾ ਨਾਇਬ ਤਹਿਸੀਲਦਾਰ ਦਾ exam ਹੈ. So this was all about our important lecture on modern history. I hope you liked the video. Do subscribe to my channel. Thank you and good luck.